ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ, ਅੱਜ ਆਪਾਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹੀਦੀ ਸੰਬੰਧੀ ਜਿਹੜੀ ਆ ਇੱਕ ਸੰਖੇਪ ਜੀ ਵਿਚਾਰ ਕਰਾਂਗੇ। ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਸਨ। ਉਹ 1664 ਈਸਵੀ ਤੋਂ ਲੈ ਕੇ 1675 ਈਸਵੀ ਤੱਕ ਗੁਰਗੱਦੀ 'ਤੇ ਬਿਰਾਜਮਾਨ ਰਹੇ। ਸਿੱਖ ਧਰਮ ਦੇ ਪ੍ਰਚਾਰ ਅਤੇ ਲੋਕਾਂ ਵਿੱਚ ਫੈਲੇ ਅੰਧ ਵਿਸ਼ਵਾਸਾਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਪ੍ਰਦੇਸ਼ਾਂ ਦੇ ਅਨੇਕ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ। ਉਸ ਸਮੇਂ ਭਾਰਤ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ। ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ। ਉਸ ਨੇ ਹਿੰਦੂਆਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰਨ ਦੇ ਦੇਸ਼ ਨਾਲ ਸਾਰੇ ਭਾਰਤ ਵਿੱਚ ਜਿਹੜੀ ਦਹਿਸ਼ਤ ਫੈਲਾ ਰੱਖੀ ਸੀ। ਕਸ਼ਮੀਰੀ ਪੰਡਤ ਉਸ ਸਮੇਂ ਜ਼ੁਲਮਾਂ ਦਾ ਜਿਹੜਾ ਸਭ ਤੋਂ ਵੱਧ ਸ਼ਿਕਾਰ ਹੋਏ। ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੇ ਧਰਮ ਦੀ ਰਾਖੀ ਲਈ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਆਪਣੀ ਸ਼ਹਾਦਤ ਦਿੱਤੀ। ਗੁਰੂ ਸਾਹਿਬ ਦੀ ਇਸ ਲਸਾਨੀ ਸ਼ਹਾਦਤ ਦੇ ਬੜੇ ਡੂੰਘੇ ਜਿਹੜੇ ਸਿੱਟੇ ਨਿਕਲੇ। ਇਸ ਨੇ ਨਾ ਸਿਰਫ ਪੰਜਾਬ ਬਲਕਿ ਭਾਰਤੀ ਇਤਿਹਾਸ ਵਿੱਚ ਇੱਕ ਨਵਾਂ ਜਿਹੜਾ ਵਾ ਯੁੱਗ ਦੀ ਸ਼ੁਰੂਆਤ ਕੀਤੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪੰਜਾਬ ਵਿੱਚ ਇੱਕ ਅਜਿਹੀ ਚਿੰਗਾਰੀ ਸੁਲਗਾਈ ਜਿਸ ਨੇ ਬਹੁਤ ਹੀ ਛੇਤੀ ਭਾਂਬੜ ਦਾ ਰੂਪ ਜਿਹੜਾ ਵਾ ਅਖਤਿਆਰ ਕਰ ਲਿਆ। ਔਰ ਸੋ ਕਹਿ ਸਕਦੇ ਹਾਂ ਅਸੀਂ ਕਿ ਸ਼ਕਤੀਸ਼ਾਲੀ ਮੁਗਲ ਸਾਮਰਾਜ ਜਿਹੜਾ ਵਾ ਇਸ ਚੰਗਿਆੜੀ ਦੇ ਨਾਲ ਸੜ ਕੇ ਜਿਹੜਾ ਵਾ ਉਹ ਸਵਾਹ ਹੋ ਗਿਆ। ਗੁਰੂ ਸਾਹਿਬ ਨੇ ਇਨਸਾਨੀਅਤ ਦੀ ਰੱਖਿਆ ਲਈ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੇ ਜਾਣ ਦਾ ਕਾਰਨ ਜਿਹੜਾ ਵਾ ਇਤਿਹਾਸ ਵਿੱਚ ਸ਼ਹੀਦਾਂ ਦੇ ਸਰਤਾਜ ਅਤੇ ਹਿੰਦ ਦੀ ਚਾਦਰ ਦੇ ਨਾਲ ਨਾਲ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਵਾ ਉਹ ਯਾਦ ਕੀਤਾ ਜਾਂਦਾ ਵਾ। ਗੁਰੂ ਸਾਹਿਬਾਨ ਦਾ ਜਿਹੜਾ ਜਨਮ ਆ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਔਰ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5ਵੇਂ ਅਤੇ ਸਭ ਤੋਂ ਛੋਟੇ ਜਿਹੜੇ ਆ ਉਹ ਸਪੁੱਤਰ ਸਨ। ਅਤੇ ਬਾਬਾ ਗੁਰਦਿੱਤਾ, ਬਾਬਾ ਸੂਰਜਮਲ, ਬਾਬਾ ਅਨੀ ਰਾਏ ਅਤੇ ਬਾਬਾ ਟਲ ਰਾਏ ਜੀ ਆਪ ਦੇ ਵੱਡੇ ਭਰਾ ਸਨ। ਆਪ ਦੀ ਇੱਕ ਭੈਣ ਸੀ ਜਿਸ ਦਾ ਨਾਂ ਬੀਬੀ ਵੀਰੋ ਸੀ। ਆਪ ਜੀ ਦੀ ਮਾਤਾ ਦਾ ਨਾਂ ਨਾਨਕੀ ਸੀ। ਜਨਮ ਸਮੇਂ ਤੋਂ ਹੀ ਆਪ ਜੀ ਮੁੱਖ ਤੌਰ 'ਤੇ ਇੱਕ ਰੂਹਾਨੀ ਸ਼ਖਸੀਅਤ ਦੇ ਮਾਲਕ ਸਨ। ਪਿਤਾ ਜੀ ਨੇ ਇਸ ਬਾਲਕ ਅੱਗੇ ਆਪਣਾ ਸਿਰ ਨਿਵਾਇਆ ਅਤੇ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਸੱਚਾਈ ਅਤੇ ਧਰਮ ਦੇ ਰਾਹ 'ਤੇ ਚੱਲੇਗਾ ਅਤੇ ਜ਼ੁਲਮ ਦੇ ਜ਼ਬਰ ਨੂੰ ਖਤਮ ਕਰਨ ਲਈ ਆਖਰੀ ਸਵਾਸਾਂ ਤੱਕ ਜਿਹੜਾ ਵਾ ਉਹ ਲੜੇਗਾ। ਸੋ ਗੁਰੂ ਸਾਹਿਬਾਨ ਦੀ ਭਵਿੱਖਬਾਣੀ ਜਿਹੜੀ ਆ ਉਹ ਬਿਲਕੁਲ ਸਹੀ ਸਾਬਤ ਹੋਈ। ਸੋ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਜਿਹੜੇ ਆ ਉਹ ਸਿੱਖ ਧਰਮ ਵਿੱਚ ਜਿਹੜੇ ਆ ਜਿੱਥੇ ਉਹਨਾਂ ਨੇ ਪ੍ਰਚਾਰ ਕੀਤਾ, ਪ੍ਰਸਾਰ ਕੀਤਾ,
ਉੱਥੇ ਮਨੁੱਖਤਾ ਦੀ ਭਲਾਈ ਲਈ ਲਕਾਈ ਵਾਸਤੇ ਨੇਕਾਂ ਕਾਰਜ ਕੀਤੇ। ਔਰ ਉਹਨਾਂ ਦੇ ਬਚਪਨ ਦਾ ਜਿਹੜਾ ਨਾਮ ਆ ਉਹ ਤਿਆਗਮੱਲ ਸੀ। ਔਰ ਉਹ ਬਹੁਤ ਹੀ ਹੋਣਹਾਰ ਬਾਲਕ ਸਨ। ਜਦੋਂ ਉਹ ਲਗਭਗ 5 ਵਰ੍ਹਿਆਂ ਦੇ ਹੋਏ ਤਾਂ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਜਿਹੜਾ ਵਾ ਕੀਤਾ ਗਿਆ। ਔਰ ਸਿੱਖਿਆ ਦਾ ਜਿਹੜਾ ਪ੍ਰਬੰਧ ਆ ਉਹਦੇ ਸੰਬੰਧ ਵਿੱਚ ਆਪ ਜੀ ਨੂੰ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਜਿਹੜਾ ਵਾ ਸੁਭਾਗ ਪ੍ਰਾਪਤ ਹੋਇਆ। ਸੋ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪ ਜੀ ਨੂੰ ਜਿੱਥੇ ਧਾਰਮਿਕ ਸਿੱਖਿਆ ਦਿੱਤੀ, ਉੱਥੇ ਨਾਲ ਨਾਲ ਸਮਾਜਿਕ ਤੇ ਹਰ ਤਰ੍ਹਾਂ ਕਰਕੇ ਜਿਹੜਾ ਵਾ ਉਹਨਾਂ ਨੂੰ ਪੰਜਾਬੀ, ਬ੍ਰਿਜ ਭਾਸ਼ਾ, ਸੰਸਕ੍ਰਿਤਿਕ ਭਾਸ਼ਾਵਾਂ ਦਾ ਜਿਹੜਾ ਵਾ ਉਹ ਵੀ ਗਿਆਨ ਦਿੱਤਾ। ਔਰ ਇਹਨਾਂ ਤੋਂ ਇਲਾਵਾ ਆਪ ਨੇ ਇਤਿਹਾਸ, ਦਰਸ਼ਨ ਸ਼ਾਸਤਰ, ਗਣਿਤ ਅਤੇ ਸੰਗੀਤ ਦੀ ਸਿੱਖਿਆ ਵੀ ਪ੍ਰਾਪਤ ਕੀਤੀ। ਗੁਰੂ ਸਾਹਿਬ ਨੂੰ ਘੋੜ ਸਵਾਰੀ ਅਤੇ ਸ਼ਸਤਰ ਚਲਾਉਣ ਦੀ ਜਿਹੜੀ ਸਿੱਖਿਆ ਵੀ ਦਿੱਤੀ ਗਈ ਅਤੇ ਇਹਨਾਂ ਵਿੱਚ ਆਪ ਬੜੀ ਜਿਹੜੀ ਛੇਤੀ ਨਿਪੁੰਨ ਹੋਏ ਅਤੇ ਕਰਤਾਰਪੁਰ ਦੀ ਲੜਾਈ ਵਿੱਚ ਆਪ ਨੂੰ ਆਪਣੀ ਸ਼ਹੀਦੀ ਦੇ ਜਿਹੜੇ ਆ ਕਰਤਾਰਪੁਰ ਦੀ ਲੜਾਈ ਵਿੱਚ ਆਪ ਨੂੰ ਆਪਣੀ ਬਹਾਦਰੀ ਦੇ ਜੌਹਰ ਵਿਖਾਉਣ ਦਾ ਮੌਕਾ ਵੀ ਮਿਲਿਆ। ਸੋ ਇਹਨਾਂ ਨੂੰ ਵੇਖ ਕੇ ਆਪ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਆਪ ਦਾ ਨਾਂ ਤਿਆਗਮੱਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ। ਤੇਗ ਬਹਾਦਰ ਸਾਹਿਬ ਬਚਪਨ ਤੋਂ ਹੀ ਬੜੀ ਧਾਰਮਿਕ ਰੁਚੀ ਵਾਲੇ ਸਨ। ਉਹਨਾਂ ਨੂੰ ਜਦ ਕਦੇ ਵੀ ਸਮਾਂ ਮਿਲਦਾ ਉਹ ਉਸ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਹੋ ਜਾਂਦੀ। ਸੋ ਵਿਆਹ ਦੇ ਸੰਬੰਧ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਾਦੀ ਹੈ ਕਰਤਾਰਪੁਰ ਦੀ ਨਿਵਾਸੀ ਲਾਲ ਚੰਦ ਦੀ ਪੁੱਤਰੀ ਬੀਬੀ ਗੁਜਰੀ ਦੇ ਨਾਲ ਜਿਹੜਾ ਹੋਇਆ, ਉਹਨਾਂ ਦਾ ਵਿਆਹ ਆਪ ਦੇ ਘਰ 1666 ਈਸਵੀ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ। ਔਰ ਬਾਬਾ ਬਕਾਲਾ ਵਿਖੇ ਨਿਵਾਸ 1645 ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੋਤਰੇ ਹਰ ਰਾਏ ਜੀ ਨੂੰ ਆਪਣਾ ਉੱਤਰਾਧਿਕਾਰੀ ਜਿਹੜਾ ਵਾ ਉਹ ਨਿਯੁਕਤ ਕੀਤਾ। ਔਰ ਮਾਤਾ ਨਾਨਕੀ ਜੀ ਦੇ ਪੁੱਛਣ 'ਤੇ ਗੁਰੂ ਹਰਗੋਬਿੰਦ ਸਾਹਿਬ ਨੇ ਦੱਸਿਆ ਕਿ ਸਮਾਂ ਆਉਣ 'ਤੇ ਤੇਗ ਬਹਾਦਰ ਜੀ ਵੀ ਗੁਰਗੱਦੀ ਜਿਹੜੀ ਆ ਉਹ ਸੰਭਾਲਣਗੇ। ਔਰ ਉਹਨਾਂ ਦੇ ਦੇਸ਼ 'ਤੇ ਤੇਗ ਬਹਾਦਰ ਜੀ ਆਪਣੀ ਪਤਨੀ ਬੀਬੀ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਕਾਲਾ ਵਿਖੇ ਆ ਗਏ। ਔਰ ਇੱਥੇ ਤੇਗ ਬਹਾਦਰ ਜੀ 20 ਵਰ੍ਹੇ ਰਹੇ। ਉਹਨਾਂ ਨੇ ਆਪਣੇ ਘਰ ਵਿੱਚ ਇੱਕ ਭੋਰਾ ਬਣਵਾਇਆ ਸੀ ਔਰ ਇਸ ਵਿੱਚ ਉਹ ਬੈਠ ਕੇ ਜ਼ਿਆਦਾਤਰ ਆਪਣਾ ਸਮਾਂ ਜਿਹੜਾ ਅਕਾਲ ਪੁਰਖ ਦੀ ਭਗਤੀ ਵਿੱਚ ਬਤੀਤ ਕਰਦੇ ਸੀ। ਸੋ ਗੁਰਗੱਦੀ ਦੀ ਪ੍ਰਾਪਤੀ ਜਿਹੜੀ 1664 ਈਸਵੀ ਵਿੱਚ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਜੀ ਨੇ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਕੀਤਾ ਕਿ ਉਹਨਾਂ ਦਾ ਜਿਹੜਾ ਅਗਲਾ ਗੁਰੂ ਆ ਉਹ ਬਾਬਾ ਬਕਾਲਾ ਵਿੱਚ ਹੈ। ਜਦੋਂ ਇਹ ਖਬਰ ਬਾਬਾ ਬਕਾਲਾ ਪਹੁੰਚੀ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਅਗਲੇ ਗੁਰੂ ਬਾਰੇ ਬਿਨਾਂ ਕੋਈ ਨਾਂ ਦੱਸੇ
ਜੋਤੀ ਜੋਤ ਜਿਹੜੇ ਸਮਾ ਗਏ ਤਾਂ 22 ਸੋਢੀਆਂ ਨੇ ਇਹ ਸੁਨਹਿਰੀ ਮੌਕਾ ਵੇਖ ਕੇ ਬਾਬਾ ਬਕਾਲਾ ਵਿਖੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ। ਹਰ ਕੋਈ ਆਪਣੇ ਆਪ ਨੂੰ ਗੁਰੂ ਖਵਾਉਣ ਲੱਗਾ। ਇਹ ਸਿੱਖ ਪੰਥ ਲਈ ਇੱਕ ਸੰਕਟ ਦੀ ਘੜੀ ਸੀ। ਜਿਹੇ ਸਮੇਂ ਵਿੱਚ ਮੱਖਣ ਸ਼ਾਹ ਲਬਾਣਾ ਨਾਮੀ ਇੱਕ ਸਿੱਖ ਨੇ ਇਸ ਦਾ ਹੱਲ ਲੱਭਿਆ। ਉਹ ਇੱਕ ਵਪਾਰੀ ਸੀ। ਇੱਕ ਵਾਰੀ ਜਦੋਂ ਉਸ ਦਾ ਜਹਾਜ਼ ਸਮੁੰਦਰੀ ਤੂਫਾਨ ਵਿੱਚ ਘਿਰ ਕੇ ਡੁੱਬਣ ਲੱਗਾ ਤਾਂ ਉਸਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇ ਉਸ ਦਾ ਜਹਾਜ਼ ਕਿਨਾਰੇ ਲੱਗ ਜਾਏ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ। ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਦਾ ਜਹਾਜ਼ ਜਿਹੜਾ ਵਾ ਉਹ ਡੁੱਬਣੋਂ ਬਚ ਗਿਆ ਔਰ ਮੰਨਤ ਅਨੁਸਾਰ ਉਹ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਲਈ ਆਪਣੇ ਪਰਿਵਾਰ ਸਮੇਤ ਬਾਬਾ ਬਕਾਲਾ ਪਹੁੰਚਿਆ। ਇੱਥੇ ਉਹ 22 ਗੁਰੂਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ। ਉਸ ਨੇ ਅਸਲੀ ਗੁਰੂ ਨੂੰ ਲੱਭਣ ਲਈ ਇੱਕ ਵਿਉਂਤ ਬਣਾਈ। ਉਹ ਵਾਰੋ ਵਾਰੀ ਹਰ ਗੁਰੂ ਕੋਲ ਗਿਆ ਤੇ ਉਸ ਨੂੰ 2-2 ਮੋਹਰਾਂ ਭੇਟ ਕਰਦਾ ਗਿਆ। ਝੂਠੇ ਗੁਰੂ 2-2 ਮੋਹਰਾਂ ਲੈ ਕੇ ਖੁਸ਼ ਹੋ ਗਏ। ਜਦੋਂ ਮੱਖਣ ਸ਼ਾਹ ਲਬਾਣਾ ਅਖੀਰ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ 2 ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਹਾਜ਼ ਡੁੱਬਣ ਸਮੇਂ ਤਾਂ ਤੁਸੀਂ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ਤੇ ਹੁਣ ਸਿਰਫ ਤੁਸੀਂ 2 ਹੀ ਮੋਹਰਾਂ ਜਿਹੜੀਆਂ ਭੇਟ ਕਰ ਰਹੇ ਹੋ। ਇਹ ਸ਼ਬਦ ਸੁਣ ਕੇ ਮੱਖਣ ਸ਼ਾਹ ਲਬਾਣਾ ਬਹੁਤ ਖੁਸ਼ ਹੋਇਆ ਤੇ ਉਹ ਇੱਕ ਮਕਾਨ ਦੀ ਛੱਤ 'ਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਭਾਵ ਕਿ ਗੁਰੂ ਮਿਲ ਗਿਆ ਹੈ। ਔਰ ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ਔਰ ਉਹ 1664 ਈਸਵੀ ਤੋਂ ਲੈ ਕੇ 1675 ਈਸਵੀ ਤੱਕ ਗੁਰਗੱਦੀ 'ਤੇ ਬਿਰਾਜਮਾਨ ਰਹੇ। ਔਰ ਧੀਰਮਲ ਦਾ ਵਿਰੋਧ ਗੁਰੂ ਹਰ ਰਾਏ ਜੀ ਦਾ ਵੱਡਾ ਭਰਾ ਧੀਰਮਲ ਕਾਫੀ ਸਮੇਂ ਤੋਂ ਗੁਰਗੱਦੀ ਦੇ ਪ੍ਰਾਪਤੀ ਦੇ ਯਤਨ ਕਰ ਰਿਹਾ ਸੀ ਔਰ ਬਾਬਾ ਬਕਾਲਾ ਵਿਖੇ ਜੋ ਵੱਖ-ਵੱਖ 22 ਮੰਜੀਆਂ ਸਥਾਪਿਤ ਹੋਈਆਂ ਉਹਨਾਂ ਵਿੱਚੋਂ ਇੱਕ ਧੀਰਮਲ ਦੀ ਵੀ ਜਿਹੜੀ ਮੰਜੀ ਸੀ। ਜਦੋਂ ਧੀਰਮਲ ਨੂੰ ਇਹ ਖਬਰ ਮਿਲੀ ਕਿ ਸਿੱਖ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਸ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ। ਉਸ ਨੇ ਸ਼ੀਹ ਨਾਮੀ ਇੱਕ ਮਸੰਦ ਨਾਲ ਮਿਲ ਕੇ ਗੁਰੂ ਸਾਹਿਬ ਨੂੰ ਮਾਰਨ ਦੀ ਯੋਜਨਾ ਬਣਾਈ। ਇੱਕ ਦਿਨ ਸ਼ੀਹ ਅਤੇ ਉਸ ਦੇ ਹਥਿਆਰਬੰਦ ਗੁੰਡਿਆਂ ਨੇ ਗੁਰੂ ਸਾਹਿਬ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਗੁਰੂ ਸਾਹਿਬ ਦੇ ਮੋਢੇ 'ਤੇ ਇੱਕ ਕਹਿੰਦੇ ਨੇ ਕਿ ਗੋਲੀ ਵੀ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਏ, ਪਰ ਉਹ ਸ਼ਾਂਤ ਬਣੇ ਰਹੇ। ਸ਼ੀਹ ਦੇ ਸਾਥੀਆਂ ਨੇ ਗੁਰੂ ਸਾਹਿਬ ਦੇ ਘਰ ਦਾ ਬਹੁਤ ਸਾਰਾ ਸਮਾਨ ਲੁੱਟਿਆ। ਸੋ ਇਸ ਘਟਨਾ ਕਾਰਨ ਸਿੱਖ ਜਿਹੜੇ ਆ ਸਿੱਖ ਸੰਗਤਾਂ ਜਿਹੜੀਆਂ ਬੜੇ ਰੋਹ ਦੇ ਵਿੱਚ ਆਈਆਂ। ਉਹਨਾਂ ਨੇ ਮੱਖਣ ਸ਼ਾਹ ਲਬਾਣਾ ਦੀ ਗਵਾਹੀ ਵਿੱਚ ਧੀਰਮਲ ਦੇ ਘਰ 'ਤੇ ਹਮਲਾ ਕਰ ਦਿੱਤਾ। ਉਹਨਾਂ ਨਾ ਸਿਰਫ ਧੀਰਮਲ ਤੇ ਸ਼ੀਹ ਨੂੰ ਗ੍ਰਿਫਤਾਰ ਕਰਕੇ ਗੁਰੂ ਸਾਹਿਬ ਪਾਸ ਲਿਆਂਦਾ, ਸਗੋਂ ਗੁਰੂ ਸਾਹਿਬ ਦਾ ਲੁੱਟਿਆ ਹੋਇਆ ਸਮਾਨ ਵੀ ਜਿਹੜਾ ਵਾਪਸ ਲੈ ਕੇ ਆਂਦਾ। ਸੋ ਧੀਰਮਲ ਤੇ ਸ਼ੀਹ ਦੁਆਰਾ ਮਾਫੀ ਮੰਗਣ 'ਤੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਔਰ ਗੁਰੂ ਸਾਹਿਬਾਨ ਜਦੋਂ ਗੁਰਗੱਦੀ 'ਤੇ ਬਿਰਾਜਮਾਨ ਹੋਏ, ਛੇਤੀ ਮਗਰੋਂ ਗੁਰੂ ਸਾਹਿਬ ਨੇ ਪੰਜਾਬ ਤੇ ਪੰਜਾਬ ਤੋਂ ਬਾਹਰ ਦੀਆਂ ਜਿਹੜੀਆਂ ਯਾਤਰਾਵਾਂ ਜਿਹੜੀਆਂ ਸ਼ੁਰੂ ਕੀਤੀਆਂ। ਇਹਨਾਂ ਯਾਤਰਾਵਾਂ ਦਾ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਲੋਕਾਂ ਨੂੰ ਸੱਚ ਤੇ ਪ੍ਰੇਮ ਦਾ ਉਪਦੇਸ਼ ਦੇਣਾ ਸੀ।
ਉਹਨਾਂ ਵਿੱਚ ਇਨਸਾਨੀਅਤ ਭਰਨਾ ਸੀ, ਉਹਨਾਂ ਵਿੱਚ ਚੰਗੇ ਗੁਣਾਂ ਨੂੰ ਜਿਹੜਾ ਵਾ ਸਿਖਾਉਣਾ ਸੀ, ਤਾਂ ਜੋ ਜਿਹੜੀਆਂ ਲੋਕਾਂ ਦਾ ਜਿਹੜਾ ਵਾ ਵਹਿਮ ਭਰਮ ਪਖੰਡ ਛੱਡ ਕੇ ਚੰਗੇ ਰਸਤੇ 'ਤੇ ਪੈ ਕੇ ਆਪਣਾ ਜੀਵਨ ਸੰਵਾਰ ਸਕਣ। ਉਹਨਾਂ ਨੇ ਜਿੱਥੇ ਸੰਗਤਾਂ ਨੂੰ ਵੱਖ-ਵੱਖ ਸਿੱਖਿਆਵਾਂ ਦਿੱਤੀਆਂ, ਉੱਥੇ ਨਾਲ ਨਾਲ ਗੁਰਬਾਣੀ ਦਾ ਜਿਹੜੀ ਆ ਉਹ ਵੀ ਚਾਰੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਇਹਨਾਂ ਤੋਂ ਇਲਾਵਾ ਗੁਰੂ ਸਾਹਿਬਾਨ ਨੇ ਸਥਾਪਿਤ ਪ੍ਰਚਾਰ ਕੇਂਦਰਾਂ ਵਿੱਚ ਚੱਲ ਰਹੇ ਕੰਮਾਂ ਦਾ ਨਿਰੀਖਣ ਵੀ ਕੀਤਾ ਔਰ ਗੁਰੂ ਸਾਹਿਬਾਨਾਂ ਦੀਆਂ ਯਾਤਰਾਵਾਂ ਦਾ ਦੇਸ਼ ਸੰਬੰਧੀ ਲਿਖਦੇ ਨੇ ਕਈ ਇਤਿਹਾਸਕਾਰ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਲੋਕਾਂ ਨੂੰ ਨਵਾਂ ਜੀਵਨ ਦੇਣ, ਉਹਨਾਂ ਅੰਦਰ ਇੱਕ ਨਵੀਂ ਰੂਹ ਫੂਕਣ ਨੂੰ ਜ਼ਰੂਰੀ ਸਮਝਿਆ। ਸੋ ਅੰਮ੍ਰਿਤਸਰ ਦੀ ਜਿਹੜੀ ਆ ਗੁਰੂ ਤੇਗ ਬਹਾਦਰ ਸਾਹਿਬ ਨਵੰਬਰ 1664 ਈਸਵੀ ਵਿੱਚ ਸਭ ਤੋਂ ਪਹਿਲਾਂ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਵਿੱਚ ਆਪ ਦਾ ਜਨਮ ਹੋਇਆ ਅਤੇ ਬਚਪਨ ਵੀ ਇੱਥੇ ਗੁਜ਼ਰਿਆ। ਉਸ ਸਮੇਂ ਹਰਿਮੰਦਰ ਸਾਹਿਬ ਅਤੇ ਪ੍ਰਿਥੀ ਚੰਦ ਦੇ ਪੋਤਰੇ ਹਰਜੀ ਮੀਨਾ ਦਾ ਕਬਜ਼ਾ ਸੀ। ਉਹ ਉੱਥੇ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ। ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦੀ ਖਬਰ ਮਿਲੀ ਤਾਂ ਉਸ ਨੂੰ ਆਪਣੀ ਗੱਦੀ ਦਾ ਫਿਕਰ ਪੈ ਗਿਆ। ਇਸ ਲਈ ਉਸ ਨੇ ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ ਤਾਂ ਕਿ ਗੁਰੂ ਸਾਹਿਬਾਨ ਜਿਹੜੇ ਆ ਅੰਦਰ ਦਾਖਲ ਨਾ ਹੋ ਸਕਣ। ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਦਰਵਾਜ਼ਿਆਂ ਨੂੰ ਬੰਦ ਵੇਖ ਕੇ ਉਹਨਾਂ ਨੂੰ ਦੁੱਖ ਹੋਇਆ। ਇਸ ਲਈ ਉਹ ਅਕਾਲ ਤਖਤ ਸਾਹਿਬ ਦੇ ਨੇੜੇ ਸਥਿਤ ਇੱਕ ਰੁੱਖ ਥੱਲੇ ਜਾ ਬਰਾਜੇ। ਇਸ ਜਗ੍ਹਾ 'ਤੇ ਅੱਜ ਕੱਲ੍ਹ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਨੂੰ ਥੰਮ ਸਾਹਿਬ ਜਾਂ ਥੜਾ ਸਾਹਿਬ ਕਹਿੰਦੇ ਹਨ। ਅੰਮ੍ਰਿਤਸਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਸੰਗਤਾਂ ਦੇ ਸੱਦੇ 'ਤੇ ਵੱਲਾ ਨਾਮੀ ਪਿੰਡ ਵਿੱਚ ਵੀ ਗਏ ਔਰ ਇਹ ਪਿੰਡ ਅੰਮ੍ਰਿਤਸਰ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਆ। ਇੱਥੇ ਲੰਗਰ ਵਿੱਚ ਇਸਤਰੀਆਂ ਨੇ ਬੜੀ ਅਣਥੱਕ ਸੇਵਾ ਕੀਤੀ। ਗੁਰੂ ਸਾਹਿਬ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਵੱਲਾ ਤੋਂ ਬਾਅਦ ਗੁਰੂ ਸਾਹਿਬਾਨ ਕੁੱਕੇਵਾਲੀ ਨਾਮੀ ਪਿੰਡ ਵਿੱਚ ਵੀ ਪਹੁੰਚੇ, ਕਿਉਂਕਿ ਇਸ ਪਿੰਡ ਵਿੱਚ ਬਹੁਤ ਸਾਰੇ ਰੁੱਖ ਸਨ। ਇਸ ਲਈ ਗੁਰੂ ਸਾਹਿਬਾਨ ਨੇ ਇਸ ਦਾ ਨਾਂ ਗੁਰੂ ਕਾ ਬਾਗ ਰੱਖ ਦਿੱਤਾ। ਖਡੂਰ ਸਾਹਿਬ, ਗੋਇੰਦਵਾਲ ਤੇ ਤਰਨਤਾਰਨ, ਖੇਮਕਰਨ ਆਦਿ ਗੁਰੂ ਤੇਗ ਬਹਾਦਰ ਸਾਹਿਬ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਤੋਂ ਹੁੰਦੇ ਹੋਏ ਤਰਨਤਾਰਨ ਵਿਖੇ ਵੀ ਪਹੁੰਚੇ। ਤਰਨਤਾਰਨ ਉਸ ਸਮੇਂ ਸਿੱਖਾਂ ਦਾ ਇੱਕ ਪ੍ਰਸਿੱਧ ਧਰਮ ਪ੍ਰਚਾਰ ਕੇਂਦਰ ਬਣ ਚੁੱਕਿਆ ਸੀ। ਗੁਰੂ ਸਾਹਿਬਾਨ ਨੇ ਮਰੀਜ਼ਾਂ ਦੇ ਇਲਾਜ ਲਈ ਇੱਥੇ ਹਸਪਤਾਲ ਵੀ ਬਣਵਾਏ ਔਰ ਇਸ ਤੋਂ ਬਾਅਦ ਗੁਰੂ ਸਾਹਿਬਾਨ ਖੇਮਕਰਨ ਗਏ ਔਰ ਇੱਥੋਂ ਦੇ ਇੱਕ ਸ਼ਰਧਾਲੂ ਚੌਧਰੀ ਰਘੂਪਤ ਰਾਏ ਨੇ ਗੁਰੂ ਸਾਹਿਬ ਨੂੰ ਇੱਕ ਘੋੜੀ ਭੇਟ ਕੀਤੀ ਔਰ ਇਹਨਾਂ ਸਾਰੀਆਂ ਥਾਵਾਂ 'ਤੇ ਗੁਰੂ ਸਾਹਿਬ ਨੇ ਸੈਂਕੜੇ ਲੋਕਾਂ ਨੂੰ ਆਪਣਾ ਉਪਦੇਸ਼ ਦਿੱਤਾ ਅਤੇ ਉਹਨਾਂ ਨੂੰ ਇੱਕ ਪਰਮਾਤਮਾ ਦੇ ਨਾਂ ਨਾਲ ਜੋੜਿਆ। ਕੀਰਤਪੁਰ ਅਤੇ ਬਿਲਾਸਪੁਰ ਮਾਝਾ ਪ੍ਰਦੇਸ਼ ਦੀ ਯਾਤਰਾ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਾਲਵਾ ਪ੍ਰਦੇਸ਼ ਵਿੱਚ ਪਹੁੰਚੇ। ਇੱਥੇ ਗੁਰੂ ਸਾਹਿਬ ਨੇ ਫਰੀਦਕੋਟ ਤੇ ਬਠਿੰਡਾ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਜਾ ਕੇ ਆਪਣਾ ਪ੍ਰਚਾਰ ਕੀਤਾ। ਇਸ ਤੋਂ ਬਾਅਦ ਗੁਰੂ ਸਾਹਿਬਾਨ ਬਾਂਗਰ ਪ੍ਰਦੇਸ਼ ਦੇ ਧਾਮਧਾਨ ਇਲਾਕੇ ਵਿੱਚ ਪਹੁੰਚੇ। ਇੱਥੇ ਗੁਰੂ ਸਾਹਿਬਾਨ ਨੇ ਇੱਕ ਸਰੋਵਰ ਬਣਵਾਇਆ ਜਿਸ ਦਾ ਨਾਂ ਗੁਰੂਸਰ ਰੱਖਿਆ ਗਿਆ। ਇਸ ਪਿੱਛੋਂ ਗੁਰੂ ਸਾਹਿਬ ਕੀਰਤਪੁਰ
ਵਿਖੇ ਪਹੁੰਚੇ। ਇੱਥੇ ਵੱਡੀ ਗਿਣਤੀ ਵਿੱਚ ਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਉਪਦੇਸ਼ ਸੁਣਨ ਆਏ ਅਤੇ ਆਪਣਾ ਜੀਵਨ ਸਫਲ ਕਰਨ ਦੇ ਲਈ ਆਉਂਦੇ ਰਹੇ। ਉਹ ਰਾਣੀ ਚੰਪਾ ਦੇ ਸੱਦੇ 'ਤੇ ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਕਿਰਿਆ ਦੀ ਰਸਮ 'ਤੇ ਬਿਲਾਸਪੁਰ ਵੀ ਪਹੁੰਚੇ। ਸੋ ਗੁਰੂ ਤੇਗ ਬਹਾਦਰ ਜੀ ਇੱਥੇ 3 ਦਿਨ ਠਹਿਰੇ। ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਮਾਖੋਵਾਲ ਵਿਖੇ ਕੁਝ ਜ਼ਮੀਨ ਵੀ ਖਰੀਦੀ। ਇੱਥੇ ਗੁਰੂ ਸਾਹਿਬਾਨ ਨੇ 1665 ਈਸਵੀ ਵਿੱਚ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ, ਜਿਸ ਦਾ ਨਾਂ ਉਹਨਾਂ ਦੀ ਮਾਤਾ ਜੀ ਦੇ ਨਾਂ ਜਿਹੜਾ ਚੱਕ ਨਾਨਕੀ ਰੱਖਿਆ ਗਿਆ। ਬਾਅਦ ਵਿੱਚ ਇਹ ਸਥਾਨ ਜਿਹੜਾ ਵਾ ਆਨੰਦਪੁਰ ਸਾਹਿਬ ਦੇ ਨਾਂ ਨਾਲ ਜਿਹੜਾ ਪ੍ਰਸਿੱਧ ਹੋਇਆ। ਸੋ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਔਰ ਸਾਰੀਆਂ ਯਾਤਰਾਵਾਂ ਦਾ ਉਦੇਸ਼ ਇਹੋ ਸੀਗਾ ਕਿ ਸਮਾਜ ਵਿੱਚ ਜਿਹੜੇ ਫੈਲੇ ਵਹਿਮ ਭਰਮ ਪਖੰਡ ਜਿਹੜੇ ਸੀ ਕਰਮਕਾਂਡ, ਉਹਨਾਂ ਨੂੰ ਜਿਹੜਾ ਵਾ ਗੁਰੂ ਸਾਹਿਬਾਨ ਨੇ ਜਿਹੜਾ ਖੰਡਨ ਕੀਤਾ ਔਰ ਇਸਤਰੀ ਜਾਤੀ ਦੇ ਹੱਕ ਵਿੱਚ ਜਿਹੜਾ ਵਾ ਗੁਰੂ ਸਾਹਿਬਾਨ ਨੇ ਬਾਕੀ ਗੁਰੂ ਸਾਹਿਬਾਨਾਂ ਵਾਂਗ ਹੀ ਜਿਹੜਾ ਵਾ ਪ੍ਰਚਾਰ ਕੀਤਾ। ਸਮਾਜਿਕ ਬਰਾਬਰੀ ਏਕਤਾ ਦੇ ਲਈ ਉਹਨਾਂ ਨੇ ਸਾਰਿਆਂ ਨੂੰ ਇਕਜੁੱਟ ਕੀਤਾ। ਸੈਫਾਬਾਦ ਅਤੇ ਧਮਧਾਨ ਅਗਸਤ 1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨਾਨਕੀ ਤੋਂ ਸੈਫਾਬਾਦ ਪਹੁੰਚੇ। ਇੱਥੇ ਉਹ ਸੈਫ ਖਾਂ ਨੂੰ ਮਿਲੇ ਜੋ ਸਿੱਖ ਧਰਮ ਦਾ ਸਿੱਖ ਘਰ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ। ਇਸ ਤੋਂ ਬਾਅਦ ਗੁਰੂ ਸਾਹਿਬਾਨ ਧਮਧਾਨ ਪਹੁੰਚੇ। ਧਮਧਾਨ ਵਿਖੇ ਇਹ ਗੁਰੂ ਸਾਹਿਬ ਦਾ ਦੂਸਰਾ ਦੌਰਾ ਸੀ। ਇਸ ਦਾ ਕਾਰਨ ਇਹ ਸੀ ਕਿ ਗੁਰੂ ਸਾਹਿਬ ਇਸ ਨੂੰ ਸਿੱਖ ਮਤ ਦਾ ਇੱਕ ਪ੍ਰਸਿੱਧ ਧਰਮ ਪ੍ਰਚਾਰ ਕੇਂਦਰ ਬਣਾਉਣਾ ਚਾਹੁੰਦੇ ਸਨ ਔਰ ਇੱਥੇ ਗੁਰੂ ਸਾਹਿਬਾਨ ਦੇ ਦੀਵਾਨ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਸ਼ਰਧਾਲੂ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ, ਉਹ ਸਿੱਖ ਧਰਮ ਦੇ ਇਸ ਵਧਦੇ ਹੋਏ ਪ੍ਰਚਾਰ ਨੂੰ ਜਿਹੜਾ ਵਾ ਔਰੰਗਜ਼ੇਬ ਜਿਹੜਾ ਉਹ ਸਹਿਣ ਨਾ ਕਰ ਸਕਿਆ, ਉਸ ਤੋਂ ਬਰਦਾਸ਼ਤ ਨਾ ਹੋਇਆ। ਲੋਕਪ੍ਰਿਯਤਾ ਗੁਰੂ ਸਾਹਿਬ ਦੀ ਵੇਖ ਕੇ ਉਹ ਸੜ ਕੇ ਜਿਹੜਾ ਵਾ ਕੋਲਾ ਹੋ ਗਿਆ, ਕਹਿਣ ਤੋਂ ਭਾਵ ਰਖਾਲੂ ਹੋ ਗਿਆ ਔਰ ਉਸ ਨੇ ਆਲਮ ਖਾਂ ਰਹੇਲਾ ਨੂੰ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਧਮਧਾਨ ਭੇਜਿਆ। ਸਿੱਟੇ ਵਜੋਂ ਗੁਰੂ ਸਾਹਿਬ ਨਵੰਬਰ 1665 ਈਸਵੀ ਨੂੰ ਗ੍ਰਿਫਤਾਰ ਕਰ ਲਏ ਗਏ ਅਤੇ ਦਿੱਲੀ ਲਿਆਂਦਾ ਗਿਆ। ਦਿੱਲੀ ਪਹੁੰਚਣ 'ਤੇ ਗੁਰੂ ਸਾਹਿਬ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਔਰ ਔਰੰਗਜ਼ੇਬ ਗੁਰੂ ਸਾਹਿਬ ਨੂੰ ਮੌਤ ਦੀ ਸਜ਼ਾ ਦੇਣਾ ਚਾਹੁੰਦਾ ਸੀ, ਪਰ ਜਿਹੜਾ ਅੰਬਰ ਦੇ ਰਾਜਾ ਰਾਮ ਸਿੰਘ ਦੇ ਇਹ ਕਹਿਣ 'ਤੇ ਕਿ ਗੁਰੂ ਸਾਹਿਬ ਇੱਕ ਸੰਤ ਹਨ ਅਤੇ ਸੰਤ ਨੂੰ ਸਜ਼ਾ ਦੇਣਾ ਬਾਦਸ਼ਾਹ ਨੂੰ ਸ਼ੋਭਾ ਨਹੀਂ ਦਿੰਦਾ, ਉਸ ਨੇ ਇਹ ਸਜ਼ਾ ਉਸ ਸਮੇਂ ਫਿਰ ਨਾ ਦਿੱਤੀ ਅਤੇ ਗੁਰੂ ਸਾਹਿਬ ਨੂੰ 1 ਮਹੀਨਾ ਰਾਮ ਸਿੰਘ ਦੀ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਰਿਹਾ ਕਰ ਦਿੱਤਾ। ਦਿੱਲੀ ਤੋਂ ਬਾਅਦ ਗੁਰੂ ਸਾਹਿਬ ਮਥੁਰਾ ਪਹੁੰਚੇ। ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਕੀਤਾ, ਸੰਗਤਾਂ ਨੂੰ ਉਪਦੇਸ਼ ਦਿੱਤੇ ਔਰ ਮਾਨਸ ਕੀ ਜਾਤੀ ਸਭੇ ਇੱਕ ਪਹਿਚਾਨਬੋ, ਕਹਿਣ ਤੋਂ ਭਾਵ ਕਿ ਸਾਰਿਆਂ ਨੂੰ ਇੱਕ ਪਰਮਾਤਮਾ ਦਾ ਨਾਮ ਜਪਣ ਦੇ ਲਈ ਪ੍ਰੇਰਿਤ ਕੀਤਾ। ਸਮਾਜਿਕ ਬਰਾਬਰੀ ਅਤੇ ਹੋਰ ਕਈ ਜਿਹੜੇ ਸਿੱਖਿਆ ਦਾ ਪ੍ਰਚਾਰ ਕੀਤਾ, ਵਹਿਮਾਂ ਭਰਮਾਂ ਦਾ ਖੰਡਨ ਕੀਤਾ ਔਰ ਬਹੁਤ ਸਾਰੀਆਂ ਸਮਾਜ ਵਿੱਚ ਕੁਰੀਤੀਆਂ ਜਿਹੜੀਆਂ ਫੈਲੀਆਂ ਹੋਈਆਂ ਸੀ ਉਹਨਾਂ ਦਾ ਖੰਡਨ ਕੀਤਾ। ਸੋ ਜਿਸ ਜਗ੍ਹਾ ਗੁਰੂ ਸਾਹਿਬਾਨ ਠਹਿਰੇ ਉੱਥੇ ਅੱਜ ਕੱਲ੍ਹ ਇੱਕ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ ਔਰ ਆਪਣੀ ਮਥੁਰਾ ਯਾਤਰਾ ਦੇ ਦੌਰਾਨ ਗੁਰੂ ਸਾਹਿਬਾਨ ਬਿੰਦਰਾਬਨ ਵੀ ਗਏ। ਮਥੁਰਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਆਗਰਾ ਪਹੁੰਚੇ। ਇੱਥੇ ਉਹ ਇੱਕ ਬਜ਼ੁਰਗ ਸ਼ਰਧਾਲੂ ਮਾਈ ਜੱਸੀ ਜੀ ਦੇ ਘਰ ਠਹਿਰੇ।
ਇਸ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੀ ਬਾਣੀ ਦੁਆਰਾ ਕਾਨਪੁਰ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ। ਕਾਨਪੁਰ ਤੋਂ ਗੁਰੂ ਸਾਹਿਬ ਹਿੰਦੂਆਂ ਦੇ ਇੱਕ ਪ੍ਰਸਿੱਧ ਤੀਰਥ ਸਥਾਨ ਪ੍ਰਯਾਗ ਪਹੁੰਚੇ। ਇੱਥੇ ਗੁਰੂ ਸਾਹਿਬ ਦੀ ਮੁਲਾਕਾਤ ਸੰਨਿਆਸੀਆਂ, ਸਾਧੂਆਂ ਅਤੇ ਜੋਗੀਆਂ ਨਾਲ ਹੋਈ। ਉਹਨਾਂ ਨੂੰ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਨੇ ਫਰਮਾਇਆ ਕਿ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਹੈ ਦੁਰਜਨ ਕੀ, ਤਾਂ ਤੇ ਐਨਸ ਭਾਗੋ। ਔਰ ਪ੍ਰਯਾਗ ਵਿੱਚ ਜਿੱਥੇ ਗੁਰੂ ਸਾਹਿਬਾਨ ਠਹਿਰੇ, ਉੱਥੇ ਗੁਰੂ ਸਾਹਿਬ ਗੁਰਦੁਆਰਾ ਪੱਕਾ ਸੰਗਤ ਬਣਾਇਆ ਗਿਆ ਹੈ। ਅਤੇ ਗੁਰੂ ਸਾਹਿਬ ਜੀ ਦਾ ਇਹ ਸਾਧੋ ਮਨ ਕਾ ਜਿਹੜਾ ਮਾਨ ਤਿਆਗੋ ਸ਼ਬਦ ਆ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਬਨਾਰਸ ਪਹੁੰਚੇ, ਜੋ ਕਿ ਹਿੰਦੂਆਂ ਦਾ ਇੱਕ ਹੋਰ ਪਵਿੱਤਰ ਤੀਰਥ ਸਥਾਨ ਹੈ। ਇੱਥੇ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਹਨਾਂ ਦੇ ਉਪਦੇਸ਼ ਸੁਣਨ ਦੇ ਲਈ ਹਾਜ਼ਰ ਹੁੰਦੀਆਂ। ਇਸ ਯਾਤਰਾ ਸਮੇਂ ਗੁਰੂ ਸਾਹਿਬਾਨ ਕਰਮਨਾਸ਼ ਨਦੀ ਵੀ ਗਏ। ਕਰਮਨਾਸ਼ ਨਦੀ 'ਤੇ ਵੀ ਗਏ। ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਇਸ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੀ ਸਭ ਚੰਗੇ ਕਰਮ ਜਿਹੜੇ ਨਾਸ਼ ਹੋ ਜਾਂਦੇ ਹਨ। ਸੋ ਗੁਰੂ ਸਾਹਿਬ ਨੇ ਆਪ ਇਸ ਨਦੀ ਵਿੱਚ ਇਸ਼ਨਾਨ ਕੀਤਾ ਅਤੇ ਕਿਹਾ ਕਿ ਨਦੀ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ, ਇਹ ਤੁਹਾਡਾ ਵਹਿਮ ਹੈ। ਗੁਰੂ ਸਾਹਿਬਾਨ ਨੇ ਕਿਹਾ ਕਿ ਜਿਹੋ ਜਿਹਾ ਮਨੁੱਖ ਕਰਮ ਕਰਦਾ ਹੈ, ਉਹੋ ਜਿਹਾ ਹੀ ਉਸ ਨੂੰ ਫਲ ਮਿਲਦਾ ਹੈ। ਔਰ ਇਸ ਤਰ੍ਹਾਂ ਬਨਾਰਸ ਵਿੱਚ ਗੁਰੂ ਸਾਹਿਬਾਨ ਨੇ ਸੰਗਤਾਂ ਨੂੰ ਅੰਧ ਵਿਸ਼ਵਾਸਾਂ ਨੂੰ ਤਿਆਗ ਕੇ ਸੱਚੇ ਮਨ ਨਾਲ ਨਾਮ ਸਿਮਰਨ ਦਾ ਉਪਦੇਸ਼ ਦਿੱਤਾ। ਔਰ ਉਸ ਤੋਂ ਬਾਅਦ ਸਸਰਾਮ ਅਤੇ ਗਿਆ। ਬਨਾਰਸ ਤੋਂ ਬਾਅਦ ਗੁਰੂ ਸਾਹਿਬਾਨ ਸਸਰਾਮ ਪਹੁੰਚੇ। ਇੱਥੇ ਇੱਕ ਸ਼ਰਧਾਲੂ ਸਿੱਖ ਮਸੰਦ ਫੱਗੂ ਸ਼ਾਹ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ। ਉਸ ਦੀ ਸ਼ਰਧਾ ਅਤੇ ਪ੍ਰੇਮ ਭਾਵਨਾ ਤੋਂ ਖੁਸ਼ ਹੋ ਕੇ ਸੰਗਤਾਂ ਉਸ ਨੂੰ ਫੱਗੂ ਚਾਚਾ ਕਹਿ ਕੇ ਵੀ ਬੁਲਾਉਂਦੀਆਂ ਸਨ। ਇਸ ਤੋਂ ਬਾਅਦ ਗੁਰੂ ਸਾਹਿਬਾਨ ਗਿਆ ਪਹੁੰਚੇ, ਜੋ ਕਿ ਬੁੱਧ ਧਰਮ ਦਾ ਇੱਕ ਮੁੱਖ ਕੇਂਦਰ ਸੀ। ਇੱਥੇ ਗੁਰੂ ਸਾਹਿਬਾਨ ਨੇ ਜਾਤ ਪਾਤ ਦਾ ਖੰਡਨ ਕੀਤਾ ਅਤੇ ਇੱਕ ਪਰਮਾਤਮਾ ਦੀ ਭਗਤੀ ਕਰਨ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬਾਨ 1666 ਈਸਵੀ ਵਿੱਚ ਪਟਨਾ ਵਿਖੇ ਪਹੁੰਚੇ। ਇੱਥੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦਾ ਬੜੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ। ਉਹ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਅਤੇ ਗੁਰੂ ਦੇ ਉਪਦੇਸ਼ ਸੁਣ ਕੇ ਨਿਹਾਲ ਹੁੰਦੀਆਂ। ਗੁਰੂ ਸਾਹਿਬਾਨ ਨੇ ਸੰਗਤਾਂ ਨੂੰ ਜੀਵਨ ਦਾ ਸਹੀ ਅਰਥ ਦੱਸਿਆ ਅਤੇ ਸਿੱਖ ਸਿਧਾਂਤਾਂ 'ਤੇ ਚਾਨਣਾ ਪਾਇਆ। ਔਰ ਆਪ ਨੇ ਪਟਨਾ ਨੂੰ ਗੁਰੂ ਦਾ ਘਰ ਕਹਿ ਕੇ ਨਵਾਜਿਆ। ਗੁਰੂ ਸਾਹਿਬਾਨ ਨੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਇੱਥੇ ਜਿਹੜਾ ਛੱਡਿਆ ਅਤੇ ਆਪ ਮੁੰਗੇਰ ਲਈ ਰਵਾਨਾ ਹੋ ਗਏ। ਗੁਰੂ ਸਾਹਿਬ ਕੁਝ ਦਿਨ ਇੱਥੇ ਠਹਿਰੇ ਅਤੇ ਸੰਗਤਾਂ ਨੂੰ ਜਿਹੜਾ ਨਾਮ ਜਪਣ ਦਾ ਉਪਦੇਸ਼ ਦਿੱਤਾ। ਢਾਕਾ ਸਿੱਖ ਧਰਮ ਦਾ ਇੱਕ ਪ੍ਰਮੁੱਖ ਪ੍ਰਚਾਰ ਕੇਂਦਰ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਪਹੁੰਚੇ ਤਾਂ ਇੱਥੋਂ ਦੀਆਂ ਸੰਗਤਾਂ ਨੇ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ। ਗੁਰੂ ਸਾਹਿਬ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਦੇ ਵਿੱਚ ਸ਼ਾਮਲ ਹੋਣ ਲੱਗੇ। ਗੁਰੂ ਸਾਹਿਬਾਨ ਨੇ ਇੱਥੇ ਸੰਗਤਾਂ ਨੂੰ ਸੰਸਾਰਿਕ ਮੋਹ ਮਾਇਆ ਅਤੇ ਜਾਤ ਪਾਤ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਨਾਮ ਸਿਮਰਨ ਦੇ ਨਾਲ ਜਿਹੜਾ ਵਾ ਜੋੜਨ ਦਾ ਸੰਦੇਸ਼ ਦਿੱਤਾ। ਸੋ ਅਸਾਮ ਗੁਰੂ ਸਾਹਿਬਾਨ ਜਿਹੜੇ ਆ ਅੰਬਰ ਦੇ ਰਾਜਾ ਰਾਮ ਸਿੰਘ ਦੀ ਬੇਨਤੀ 'ਤੇ ਉਸ ਨਾਲ ਅਸਾਮ ਵੱਲ ਵੀ ਗਏ। ਅਸਾਮੀ ਲੋਕ ਜਿਹੜੇ ਜਾਦੂ ਟੂਣਿਆਂ ਵਿੱਚ ਬਹੁਤ ਜਿਹੜੇ ਮਾਹਰ ਸੀਗੇ, ਇਹਨਾਂ ਦੇ ਡਰ ਤੋਂ ਮੁਗਲ ਫੌਜਾਂ ਹਰ ਵਾਰੀ ਅਸਾਮ ਦੇ ਸ਼ਾਸਕ ਤੋਂ ਹਾਰਦੀਆਂ ਸਨ।
ਇਸ ਵਾਰ ਗੁਰੂ ਸਾਹਿਬ ਦੀ ਮੌਜੂਦਗੀ ਕਾਰਨ ਉਹਨਾਂ ਦੇ ਜਾਦੂ ਟੂਣੇ ਸਭ ਜਿਹੜੇ ਫੇਲ ਹੋ ਗਏ, ਸਫਲ ਰਹੇ, ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸੋ ਆਪਣੇ ਜਾਦੂ ਟੂਣੇ ਸਫਲ ਹੋਣ ਕਾਰਨ ਇਸ ਮਹਾਂਪੁਰਸ਼ ਦੇ ਦਰਸ਼ਨਾਂ ਲਈ ਉਹ ਵੀ ਆਏ ਅਤੇ ਉਹਨਾਂ ਨੇ ਆਪਣੀ ਜਿਹੜੀ ਗੁਰੂ ਸਾਹਿਬ ਤੋਂ ਆਪਣੀ ਭੁੱਲ ਬਖਸ਼ਾਈ। ਔਰ ਇਸ ਤੋਂ ਬਾਅਦ ਗੁਰੂ ਸਾਹਿਬਾਨ ਆਪਣੇ ਪਰਿਵਾਰ ਸਮੇਤ ਪੰਜਾਬ ਵਿੱਚ ਵਾਪਸ ਆ ਗਏ ਅਤੇ ਚੱਕ ਨਾਨਕੀ ਵਿਖੇ ਰਹਿਣ ਲੱਗ ਪਏ। ਸੋ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਦੀ ਭਲਾਈ ਦੇ ਲਈ ਬਹੁਤ ਸਾਰੇ ਕਾਰਜ ਕੀਤੇ, ਜਿਨ੍ਹਾਂ ਦਾ ਅਸੀਂ ਸ਼ਬਦਾਂ ਵਿੱਚ ਵਰਣਨ ਨਹੀਂ ਕਰ ਸਕਦੇ। ਉਹਨਾਂ ਨੇ ਸਮਾਜ ਵਿੱਚ ਅਨੇਕਾਂ ਜਿਹੜੀਆਂ ਕੁਰੀਤੀਆਂ ਫੈਲੀਆਂ ਹੋਈਆਂ ਸੀ, ਉਹਨਾਂ ਨੂੰ ਦੂਰ ਕੀਤਾ। ਔਰ ਗੁਰੂ ਨਾਨਕ ਸਾਹਿਬ ਦੇ ਜਿਹੜੇ ਫਲਸਫੇ ਨੂੰ ਚਲਾਇਆ ਸੀਗਾ, ਜੋ ਗੁਰੂ ਸਾਹਿਬਾਨ ਦਾ ਨਾਨਕ ਸਾਹਿਬ ਦਾ ਸਿਧਾਂਤ ਸੀਗਾ, ਉਸੇ ਮੁਤਾਬਕ ਉਹਨਾਂ ਨੇ ਵੀ ਦੂਜੇ ਉਹ ਕੰਮ ਜਿਹੜੇ ਆ ਉਹਨਾਂ ਨੂੰ ਹੋਰ ਪ੍ਰਫੁੱਲਤ ਕੀਤਾ। ਔਰ ਆਪ ਨੇ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਕੀਤੀ ਅਤੇ ਆਤਮਾ ਦੇ ਪਰਮਾਤਮਾ ਦੇ ਮੇਲ ਦੇ ਲਈ ਮਨੁੱਖ ਨੂੰ ਜਿਹੜਾ ਵਾ ਉਹ ਜੋੜਨ ਦੀ ਕੋਸ਼ਿਸ਼ ਕੀਤੀ। ਸੋ ਕਹਿ ਸਕਦੇ ਹਾਂ ਅਸੀਂ ਕਿ ਗੁਰੂ ਤੇਗ ਬਹਾਦਰ ਜੀ ਇੱਕ ਮਹਾਨ ਸ਼ਖਸੀਅਤ ਸਨ, ਇੱਕ ਮਹਾਨ ਗੁਰੂ ਸਨ, ਜਿਨ੍ਹਾਂ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਔਰ 1673 ਈਸਵੀ ਦੇ ਮੱਧ ਵਿੱਚ ਜਿਹੜਾ ਵਾ ਪੰਜਾਬ ਦੇ ਮਾਲਵਾ ਅਤੇ ਬਾਂਗਰ ਪ੍ਰਦੇਸ਼ ਦੀ ਜਿਹੜੀ ਦੂਸਰੀ ਯਾਤਰਾ ਕੀਤੀ। ਇਸ ਯਾਤਰਾ ਦੇ ਦੌਰਾਨ ਗੁਰੂ ਸਾਹਿਬਾਨ ਬਹੁਤ ਸਾਰੀਆਂ ਜਿਹੜੀਆਂ ਥਾਵਾਂ 'ਤੇ ਗਏ, ਸੈਫਾਬਾਦ, ਮੱਲੋਵਾਲ, ਸ਼ੇਖਾਂ, ਢਿਲਵਾਂ, ਜੋਗਾ, ਕਹਿਣ ਤੋਂ ਬਾਅਦ ਬਹੁਤ ਸਾਰੇ ਥਾਵਾਂ 'ਤੇ ਜਾ ਕੇ ਉਹਨਾਂ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਸੁਣੀਆਂ, ਉਹਨਾਂ ਨੂੰ ਦੂਰ ਕੀਤਾ। ਥਾਂ ਥਾਂ 'ਤੇ ਉਹਨਾਂ ਨੇ ਧਰਮ ਦਾ ਪ੍ਰਚਾਰ ਵੀ ਕੀਤਾ ਅਤੇ ਇੱਕ ਪਰਮਾਤਮਾ ਨਾਲ ਸਾਰਿਆਂ ਨੂੰ ਜੋੜਿਆ ਅਤੇ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਉਹਨਾਂ ਨੇ ਘਰ ਘਰ ਪਹੁੰਚਾਇਆ। ਸੋ ਗੁਰੂ ਸਾਹਿਬ ਦੀ ਸਰਬਪੱਖੀ ਜਿਹੜੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਜਿਹੜੇ ਆ ਗੁਰੂ ਸਾਹਿਬ ਦੇ ਅਤੇ ਸਿੱਖ ਮੱਤ ਦੇ ਜਿਹੜੇ ਆ ਉਹ ਸ਼ਰਧਾਲੂ ਬਣ ਗਏ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਯਾਤਰਾਵਾਂ ਨੇ ਦੇਸ਼ ਦੇ ਵਿੱਚ ਇੱਕ ਜਿਹੜੀ ਕ੍ਰਾਂਤੀ ਲਿਆਂਦੀ, ਇੱਕ ਤੂਫਾਨ ਲਿਆਂਦਾ ਕਿ ਜਿਹਦੇ ਨਾਲ ਬਹੁਤ ਸਾਰੀਆਂ ਬੁਰਾਈਆਂ ਦਾ ਜਿਹੜਾ ਵਾ ਖੰਡਨ ਹੋ ਗਿਆ, ਸਮਾਜਿਕ ਏਕਤਾ ਵਧੀ, ਛੂਤ ਛਾਤ ਖਤਮ ਹੋਈ, ਮਨੁੱਖੀ ਪਿਆਰ ਵਧਿਆ, ਸਾਰੇ ਜਾਣੇ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਪ੍ਰੇਮ ਕਰਨ ਲੱਗੇ ਔਰ ਜਿਹੜੀ ਬਰਾਬਰੀ ਆ ਗਈ ਸਮਾਜ ਵਿੱਚ ਔਰ ਇੱਕ ਜਿਹੜਾ ਚੰਗੇ ਸਮਾਜ ਦੀ ਸਿਰਜਣਾ ਹੋਈ। ਇਹ ਨਾ ਪਹਿਲਾ ਅਜਿਹਾ ਦੇਸ਼ ਇਹ ਨਾ ਤਾਂ ਪਹਿਲਾ ਅਜਿਹਾ ਦੇਸ਼ ਰਿਹਾ ਅਤੇ ਨਾ ਹੀ ਹੁਣ ਪਹਿਲਾਂ ਜੇ ਲੋਕ ਰਹੇ, ਕਿਉਂਕਿ ਉਹਨਾਂ ਵਿੱਚ ਨਵੀਂ ਜਾਗਰਤੀ ਜਿਹੜੀ ਆ ਚੁੱਕੀ ਸੀ। ਸੋ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਜਿਹੜੇ ਸਿੱਖ ਧਰਮ ਦੇ 9ਵੇਂ ਗੁਰੂ ਹੋਏ ਨੇ ਔਰ ਉਹਨਾਂ ਨੂੰ ਕੋਟि ਕੋਟ ਸਲਾਮ ਪ੍ਰਣਾਮ, ਜਿਨ੍ਹਾਂ ਦੇ ਯੋਗਦਾਨ ਨੂੰ ਕਦੀ ਵੀ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ। ਔਰ ਉਹਨਾਂ ਨੇ ਆਪਣੀ ਹਿੰਦੂ ਧਰਮ ਦੀ ਰੱਖਿਆ ਲਈ ਜਿਹੜੀ ਆ ਉਹ ਕੁਰਬਾਨੀ ਵੀ ਦਿੱਤੀ, ਸ਼ਹੀਦੀ ਦਿੱਤੀ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਇਨਸਾਨੀਅਤ ਦੇ ਲਈ, ਇਨਸਾਨੀਅਤ ਖਾਤਰ ਜਿਹੜਾ ਵਾ ਆਪਣਾ ਆਪ ਜਿਹੜਾ ਵਾ ਕੁਰਬਾਨ ਕਰ ਦਿੱਤਾ। ਸੋ ਉਹਨਾਂ ਦੇ ਜਿਹੜੇ ਕਾਰਨਾਮੇ ਜਿਹੜੇ ਆ ਸਮਾਜ ਦੇ ਲਈ ਸਾਰਥਕ ਸਿੱਧ ਹੋਏ ਔਰ ਉਹਨਾਂ ਨੇ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ, ਸਾਰਿਆਂ ਨੂੰ ਜਿਹੜਾ ਵਾ ਬਰਾਬਰੀ ਦਾ ਹੱਕ ਦਿੱਤਾ, ਸਾਰਿਆਂ ਨੂੰ ਪਰਮਾਤਮਾ ਦਾ ਨਾਮ ਜਪਣ ਦਾ ਹੱਕ ਦਿੱਤਾ, ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲਿਆ, ਸਾਰਿਆਂ ਨੂੰ ਆਪਣੀ ਗਲਵੱਕੜੀ ਵਿੱਚ ਲਿਆ। ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ, ਉਹਨਾਂ ਕਿਹਾ ਕਿ ਮਨੁੱਖ ਕਰਮਾਂ ਕਰਕੇ ਮਾੜਾ ਹੋ ਸਕਦਾ ਵਾ, ਬਾਕੀ ਉਸ ਤਰ੍ਹਾਂ ਸਮਾਜ ਵਿੱਚ ਕੋਈ ਵੀ ਮਨੁੱਖ ਜਿਹੜਾ ਵਾ ਮਾੜਾ ਨਹੀਂ।
ਉਹਨਾਂ ਕਿਹਾ ਕਿ ਕਰਮ ਚੰਗੇ ਆ ਤਾਂ ਇਨਸਾਨ ਚੰਗਾ ਆ, ਜੇ ਕਰਮ ਮਾੜੇ ਕਰਦਾ ਤਾਂ ਇਨਸਾਨ ਮਾੜਾ ਆ। ਇਸ ਕਰਕੇ ਉਹਨਾਂ ਸਾਰਿਆਂ ਨੂੰ ਕਿਹਾ ਕਿ ਚੰਗੇ ਕਰਮ ਕਰੋ, ਪਰਉਪਕਾਰੀ ਬਣੋ, ਦਇਆ ਰੱਖੋ, ਧੀਰਜ ਰੱਖੋ, ਸੰਜਮ ਰੱਖੋ, ਸੰਤੋਖ ਰੱਖੋ, ਨਿਮਰਤਾ ਰੱਖੋ, ਆਪਸੀ ਪਿਆਰ ਰੱਖੋ, ਪ੍ਰੇਮ ਰੱਖੋ, ਇੱਕ ਦੂਜੇ ਦੇ ਕੰਮ ਆਓ। ਸਾਰੇ ਜਾਣੇ ਜਿਹੜੇ ਆ ਉਹ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ, ਤੋਂ ਕਹਿਣ ਤੋਂ ਭਾਵ ਕਿ ਸਾਰੇ ਜਿਹੜੇ ਆ ਮਨੁੱਖ ਜਿਹੜੇ ਇੱਕ ਆ, ਰੰਗ ਰੂਪ ਉਹਨਾਂ ਦੇ ਵੱਖੋ ਵੱਖਰੇ ਹੋ ਸਕਦੇ ਆ, ਪਰ ਪਰਮਾਤਮਾ ਦੇ ਲਹੂ ਉਹਨਾਂ ਦਾ ਇੱਕੋ ਜਿਹਾ ਹੀ ਆ। ਕਹਿਣ ਤੋਂ ਭਾਵ ਕਿ ਸਾਰੇ ਹੱਡ ਮਾਸ ਦੇ ਹੀ ਬਣੇ ਆ, ਸਾਰਿਆਂ ਵਿੱਚ ਲਾਲ ਰੰਗ ਦਾ ਹੀ ਲਹੂ ਆ। ਹਾਂ, ਸਿਰਫ ਇਹ ਆ ਕਿ ਅਸੀਂ ਕਰਮਾਂ ਕਰਕੇ ਮਾੜੇ ਹੋ ਸਕਦੇ ਹਾਂ, ਪਰ ਗੁਰੂ ਸਾਹਿਬਾਨ ਨੇ ਚੰਗੇ ਕਰਮਾਂ 'ਤੇ ਜ਼ੋਰ ਦਿੱਤਾ। ਸਾਰਿਆਂ ਨੂੰ ਕਿਹਾ ਕਿ ਸਰਬੱਤ ਦੇ ਭਲੇ ਵਿੱਚ ਹੀ ਜਿਹੜਾ ਆਪਣਾ ਭਲਾ ਵਾ, ਇਸ ਕਰਕੇ ਉਹਨਾਂ ਨੇ ਸਾਰੀ ਲਕਾਈ ਦੇ ਵਾਸਤੇ ਕੰਮ ਕੀਤਾ। ਉਹਨਾਂ ਨੂੰ ਅਸੀਂ ਜਗਤ ਗੁਰੂ ਕਹਿ ਸਕਦੇ ਹਾਂ, ਜਿਨ੍ਹਾਂ ਨੇ ਸਮੁੱਚੇ ਸਮਾਜ ਦੇ ਲਈ ਕੰਮ ਕੀਤਾ, ਜਿਨ੍ਹਾਂ ਨੇ ਕਦੀ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ, ਹਰ ਧਰਮ ਦੇ ਲੋਕਾਂ ਦੇ ਨਾਲ, ਸਾਰਿਆਂ ਨਾਲ ਪਿਆਰ ਕੀਤਾ। ਉਹਨਾਂ ਨੇ ਪਾਪੀਆਂ ਦਾ ਵਿਰੋਧ ਕੀਤਾ ਵਾ, ਪਾਪ ਦਾ ਵਿਰੋਧ ਕੀਤਾ, ਉਹਨਾਂ ਨੇ ਜ਼ੁਲਮ ਦਾ ਵਿਰੋਧ ਕੀਤਾ ਵਾ। ਉਹਨਾਂ ਨੇ ਕਿਸੇ ਨੂੰ, ਜਿਹੜੇ ਉਹਨਾਂ ਦੇ ਵਿਚਾਰਾਂ ਦੇ ਨਾਲ ਮੇਲ ਖਾਂਦੇ ਸੀ, ਜਿਹੜੇ ਸਾਰਿਆਂ ਨੂੰ ਆਪਣੇ ਨਾਲ ਜੋੜਿਆ ਉਹਨਾਂ ਨੇ। ਸੋ ਅਸੀਂ ਅੰਤ ਵਿੱਚ ਕਹਿ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਇੱਕ ਰੂਹਾਨੀ, ਇੱਕ ਲਸਾਨੀ ਸ਼ਖਸੀਅਤ ਸਨ, ਜਿਨ੍ਹਾਂ ਨੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ। ਔਰ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਹੋਈ ਔਰ ਜਿਹੜੇ ਉਹਨਾਂ ਨੇ ਕਾਰਨਾਮੇ ਕੀਤੇ ਸਮਾਜ ਲਈ, ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਜਿਹੜਾ ਵਾ ਉਹ ਯਾਦ ਕੀਤਾ ਜਾਵੇਗਾ, ਅਤੇ ਸਮਾਜ ਸਮੁੱਚਾ ਜਿਹੜਾ ਵਾ, ਸਾਰੀ ਲਕਾਈ ਜਿਹੜੀ ਉਹਨਾਂ ਦੀ ਰਿਣੀ ਰਹੇਗੀ। ਔਰ ਉਹਨਾਂ ਨੂੰ ਜਿਹੜਾ ਕੋਟੀ ਕੋਟ ਪ੍ਰਣਾਮ ਅਤੇ ਦਾਸ ਜਿਹੜਾ ਹੱਥ ਜੋੜ ਕੇ ਬੇਨਤੀ ਕਰਦਾ, ਅਰਦਾਸ ਕਰਦਾ, ਉਹਨਾਂ ਅੱਗੇ ਜਿਹੜਾ ਸਿਰ ਝੁਕਦਾ, ਮਾਣੋ ਤਣੋ ਮਨੋ ਜਿਹੜਾ ਵਾ ਸਿਜਦਾ ਕਰਨ ਨੂੰ ਦਿਲ ਕਰਦਾ। ਗੁਰੂ ਤੇਗ ਬਹਾਦਰ ਜੀ ਇੱਕ ਕੌਮ ਦੇ ਮਹਾਨ ਗੁਰੂ ਸਨ, ਜਿਨ੍ਹਾਂ ਨੇ ਏਕ ਨਹੀਂ ਅਨੇਕ ਕੰਮ ਕਰਕੇ ਸਮਾਜ ਦੀ ਜਿਹੜੀ ਆ ਇੱਕ ਨੁਹਾਰ ਬਦਲ ਦਿੱਤੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਭੁੱਲਾਂ ਜਿਹੜੀਆਂ ਦਾਸ ਕੋਲੋਂ ਉਹਨਾਂ ਦੇ ਜੀਵਨ ਵਿੱਚ, ਜੀਵਨ ਸੰਬੰਧੀ ਬੋਲਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਕਿਉਂਕਿ ਏਡੇ ਵੱਡੇ ਰਹਿਬਰ ਅਵਤਾਰ ਪੁਰਸ਼ ਗੁਰੂ ਸਾਹਿਬਾਨਾਂ ਦੇ ਬਾਰੇ ਜਦੋਂ ਅਸੀਂ ਗੱਲਾਂ ਕਰਦੇ ਹਾਂ, ਸਾਡੀਆਂ ਗੱਲਾਂ ਜਿਹੜੀਆਂ ਥੋੜ੍ਹੀਆਂ ਪੈ ਜਾਂਦੀਆਂ, ਔਰ ਉਹਨਾਂ ਦੇ ਕਾਰਨਾਮੇ ਬਹੁਤ ਵੱਡੇ ਹੁੰਦੇ ਆ। ਸੋ ਕਈ ਤਰ੍ਹਾਂ ਦੀਆਂ ਤਰੁੱਟੀਆਂ ਰਹਿ ਜਾਂਦੀਆਂ। ਦਾਸ ਭੁੱਲਾਂ ਦਾ ਜਿਹੜਾ ਖਿਮਾ ਦਾ ਜਾਚਕ ਆ, ਸਾਰੀ ਸੰਗਤ ਕੋਲੋਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੱਥ ਜੋੜ ਕੇ ਜਿਹੜੀ ਮਾਫੀ ਮੰਗਦਾ ਵਾ। ਔਰ ਅਸੀਂ ਆਓ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਇੱਕ ਸਿੱਖਿਆ ਲਈਏ, ਇੱਕ ਪ੍ਰੇਰਨਾ ਲਈਏ, ਅਤੇ ਉਹਨਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲੀਏ, ਚੰਗੇ ਕਰਮ ਕਰੀਏ, ਸਮਾਜ ਸੇਵਕ ਬਣੀਏ, ਔਰ ਸਾਰੀ ਮਨੁੱਖਤਾ ਨਾਲ ਪਿਆਰ ਕਰੀਏ, ਇੱਕਮਿਕ ਹੋ ਕੇ ਰਹੀਏ, ਇੱਕਜੁੱਟਤਾ ਰੱਖੀਏ ਸਾਰੇ ਜਾਣੇ, ਅਤੇ ਆਪਣੇ ਸਮਾਜ ਦੇ ਲਈ, ਆਪਣੀ ਕੌਮ ਦੇ ਲਈ, ਆਪਣੇ ਸਾਰਿਆਂ ਦੇ ਭਲੇ ਲਈ। ਕਹਿਣ ਤੋਂ ਭਾਵ ਜਿਵੇਂ ਗੁਰੂ ਸਾਹਿਬਾਨ ਨੇ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲਿਆ, ਇਸੇ ਤਰ੍ਹਾਂ ਅਸੀਂ ਵੀ ਸਾਰਿਆਂ ਨਾਲ ਪਿਆਰ ਕਰੀਏ, ਆਪਸੀ ਨਫ਼ਰਤ, ਈਰਖਾ, ਵੈਰ ਵਿਰੋਧ ਭੁਲਾ ਕੇ ਇੱਕ ਪਰਮਾਤਮਾ ਦਾ ਸਿਮਰਨ ਕਰੀਏ। ਕਿਉਂਕਿ ਅਵਲ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ, ਕੌਣ ਭਲੇ ਕੋ ਮੰਦੇ। ਕਹਿਣ ਤੋਂ ਭਾਵ ਕਿ ਸਾਰੇ ਜਾਣੇ ਜਿਹੜੇ ਰੱਬ ਦੀ ਸੰਤਾਨ ਆ, ਸਾਰੇ ਜਾਣੇ ਅਸੀਂ ਇੱਕ ਰੱਬ ਦੀ ਸੰਤਾਨ, ਇੱਕ ਬੱਚੇ ਆ ਉਹਦੇ। ਅਸੀਂ ਆਪਸੀ ਪਿਆਰ ਨਾਲ ਰਹਿਣਾ ਵਾ, ਜਿਵੇਂ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਆ, ਅਤੇ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜਿਹੜਾ ਜੀਵਨ ਸਫਲ ਕਰਨਾ, ਅਤੇ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ, ਆਪਣੇ ਜੀਵਨ ਨੂੰ ਸੰਵਾਰਨਾ ਵਾ। ਅਤੇ ਹਮੇਸ਼ਾ ਜਿਹੜਾ ਵਾ ਕੋਟੀ ਕੋਟ ਪ੍ਰਣਾਮ ਜਿਹੜਾ ਵਾ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਹੜਾ ਸਾਡਾ ਜਿਹੜਾ ਸਿੱਖ ਸੰਗਤਾਂ ਵੱਲੋਂ ਸਿਜਦਾ ਹੁੰਦਾ ਰਹੇਗਾ, ਔਰ ਹੁੰਦਾ ਵਾ।
ਔਰ ਰਹਿੰਦੀ ਦੁਨੀਆ ਤੱਕ ਜਿਹੜਾ ਵਾ ਸਿਰ ਚੁੱਕੇਗਾ, ਕਿਉਂਕਿ ਉਹਨਾਂ ਨੇ ਇਹੋ ਜਿਹੇ ਲਸਾਨੀ ਕੰਮ ਕੀਤੇ, ਇਹੋ ਜਿਹੇ ਕਾਰਜ ਕੀਤੇ ਕਿ ਜਿਹੜੀ ਲਕਾਈ ਆ ਹਮੇਸ਼ਾ ਉਹਨਾਂ ਦੀ ਨਹੀਂ ਰਹੇਗੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।